वाहिगुरू जी का खालसा वाहिगुरू जी की फतेह। पिछले साल 27 नवंबर 2020 ਤੋਂ किसान दिल्ली ਦੇ ਵੱਖ-ਵੱਖ ਬਾਰਡਰਾਂ ਦੇ ਉੱਤੇ ਬੈਠੇ ਹੋਏ ਹਨ ਤਾਂ ਕਿ ਕੇਂਦਰ ਦੇ ਕੋਲੋਂ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ 3 ਕਾਲੇ ਕਾਨੂੰਨ ਹਨ ਉਹ ਰੱਦ ਕਰਵਾਏ ਜਾ ਸਕਣ। ਜਦੋਂ ਉੱਥੇ 27 ਨਵੰਬਰ ਨੂੰ ਪਹੁੰਚੇ ਸਨ ਤੇ ਖਾਲੀ ਮੈਦਾਨ ਸੜਕ ਦੇ ਉੱਤੇ ਜਾ ਕੇ ਹੀ ਸਾਰਿਆਂ ਨੇ ਡੇਰੇ ਲਾ ਦਿੱਤੇ ਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਦਾ ਸਾਹਮਣਾ ਕਰਨਾ ਪਿਆ। ਖਾਸ ਕਰਕੇ ਜਿਹੜੀ ਵੱਡੀ ਉਮਰ ਦੇ ਬਜ਼ੁਰਗਾਂ ਵਾਸਤੇ ਜਿਹੜੀ ਠੰਡ ਸੀ ਉਹਦਾ ਸਾਹਮਣਾ ਕਰਨਾ, ਉਹਦਾ ਟਾਕਰਾ ਕਰਨਾ ਇੱਕ ਬਹੁਤ ਵੱਡੀ ਚੁਣੌਤੀ ਸੀ। ਭਾਵੇਂ ਕਿ ਜਿਹੜੇ ਬਜ਼ੁਰਗ ਨੇ ਇਹਨਾਂ ਦਿਨਾਂ ਦੇ ਵਿੱਚ ਬੰਦ ਕਮਰਿਆਂ ਦੇ ਵਿੱਚ ਰਜ਼ਾਈਆਂ ਦੇ ਵਿੱਚ ਨਿੱਘ ਲੈਂਦੇ ਆ, ਪਰ ਖੇਤੀ ਦੇ ਕਾਰਨ ਜ਼ਮੀਨਾਂ ਦੇ ਕਾਰਨ ਉਹਨਾਂ ਨੂੰ ਉਸ ਸੜਕ ਦੇ ਉੱਤੇ ਜਾ ਕੇ ਤੇ ਡੇਰੇ ਲਾਉਣੇ ਪਏ। ਇਹ ਵੀ ਸਾਡਾ ਇੱਕ ਸੁਭਾਅ ਹੈ ਕਿ ਰੋਜ਼ਾਨਾ ਹੀ ਅਸੀਂ ਚਾਹੇ ਕੋਈ ਕੰਮਕਾਰ ਕਰਦਾ ਆ, ਪਸੀਨਾ ਆਉਂਦਾ ਚਾਹੇ ਨਹੀਂ ਆਉਂਦਾ, ਉਹ ਸਵੇਰੇ ਸਵੇਰੇ ਆਪਣੇ ਸਰੀਰ ਦੀ ਸਫਾਈ ਕਰਦਾ, ਇਸ਼ਨਾਨ ਕਰਦਾ ਆ, ਬਾਣੀ ਪੜ੍ਹਦਾ ਆ। ਤੇ ਉੱਥੇ ਜਾ ਕੇ ਇਹ ਸਾਰੀਆਂ ਸਹੂਲਤਾਂ ਨਹੀਂ ਸਨ। ਕੋਈ ਗੁਸਲਖਾਨਾ ਨਹੀਂ ਸੀ ਕਿ ਜਿੱਥੇ ਇਸ਼ਨਾਨ ਕੀਤਾ ਜਾ ਸਕੇ, ਪਾਣੀ ਦਾ ਪ੍ਰਬੰਧ ਨਹੀਂ ਸੀ, ਜੇ ਹੈ ਸੀ ਤਾਂ ਪਾਣੀ ਵੀ ਬਹੁਤ ਠੰਡਾ ਸੀ। ਸੋ ਸਹਿਜੇ ਸਹਿਜੇ ਥੋੜ੍ਹੇ ਦਿਨਾਂ ਬਾਅਦ ਉਹਦਾ ਬਦਲਾਅ ਆਉਂਦਾ ਗਿਆ ਤੇ ਜਿਹੜਾ ਗਰਮ ਪਾਣੀ ਆ ਉਹਦਾ ਪ੍ਰਬੰਧ ਕੀਤਾ ਗਿਆ। ਪਾਥੀਆਂ ਦੇ ਨਾਲ, ਲੱਕੜਾਂ ਦੇ ਨਾਲ ਚੱਲਣ ਵਾਲੇ ਜਿਹੜੇ ਗੀਜ਼ਰ ਆ ਉਹ ਲਿਆਣ ਦਿੱਤੇ ਗਏ। ਤੇ ਉਦੋਂ ਮੌਸਮ ਥੋੜ੍ਹਾ ਠੰਡਾ ਹੋਣ ਕਰਕੇ ਜਿਹੜੇ ਕੱਪੜੇ ਸਨ, ਸਰਦੀਆਂ ਦਾ ਇਹ ਵੀ ਫਾਇਦਾ ਕਿ ਉਹ ਕਈ ਦਿਨ ਚੱਲ ਜਾਂਦੇ ਨੇ। ਜੇ ਇੱਕ ਅੱਧਾ ਦਿਨ ਕੋਈ ਨਾ ਵੀ ਇਸ਼ਨਾਨ ਕਰੇ ਤੇ ਤਾਂ ਵੀ ਚੱਲ ਜਾਂਦਾ ਆ। ਪਰ ਹੁਣ ਮੌਸਮ ਬਦਲ ਚੁੱਕਾ। ਜਿੱਥੇ ਸਰਦੀਆਂ ਦੇ ਕੁਝ ਫਾਇਦੇ ਸਨ ਤੇ ਉੱਥੇ ਨਾਲ ਨਾਲ ਜਿਹੜੇ ਨੁਕਸਾਨ ਵੀ ਸਨ। ਜਿਵੇਂ ਕੱਪੜੇ ਉੱਥੇ ਨਹੀਂ ਸੀ ਸੁੱਕਦੇ ਜਲਦੀ, ਤੇ ਜੇ ਧੋਂਦੇ ਸਨ ਤੇ ਉਹ ਵੀ ਬਹੁਤ ਠੰਡਾ ਪਾਣੀ ਸੀ। ਇਸ ਤਰ੍ਹਾਂ ਦੀਆਂ ਕਈ ਮੁਸ਼ਕਲਾਂ ਸਨ, ਪਰ ਇੱਕ ਫਾਇਦਾ ਵੀ ਸੀ। ਉਹ ਇਹ ਸੀ ਕਿ ਜਿਹੜਾ ਤੁਹਾਡਾ ਖਾਣ ਪੀਣ ਵਾਲਾ ਸਮਾਨ ਆ, ਚਾਹੇ ਦੁੱਧ ਆ, ਦਹੀਂ ਆ, ਚਾਹੇ ਕੋਈ ਸਬਜ਼ੀ ਬਣੀ ਆ, ਲੱਸੀ ਆ, ਉਹ ਜਲਦੀ ਖਰਾਬ ਨਹੀਂ ਹੁੰਦੀ। ਇਹ ਚੀਜ਼ਾਂ ਸਨ। ਫਿਰ ਕੱਪੜੇ ਤੁਸੀਂ ਜ਼ਿਆਦਾ ਦਿਨ ਤੱਕ ਪਹਿਨ ਸਕਦੇ ਆ। ਜੇ ਇੱਕ ਅੱਧਾ ਦਿਨ ਨਾ ਵੀ ਨਹਾਇਆ ਜਾਵੇ ਤਾਂ ਵੀ ਚੱਲ ਜਾਂਦਾ ਸੀ। ਪਰ ਉਸ ਠੰਡ ਦਾ ਜਿਹੜਾ ਟਾਕਰਾ ਕਰਨ ਵਾਸਤੇ ਗਰਮ ਕੱਪੜਿਆਂ ਦਾ ਪ੍ਰਬੰਧ ਕੀਤਾ ਗਿਆ। ਚਾਹੇ ਉੱਥੇ ਲੋਈਆਂ ਵੰਡੀਆਂ ਗਈਆਂ, ਅੰਦਰੂਨੀ ਕੱਪੜੇ ਪਹਿਨਣ ਵਾਲੇ ਉਹ ਵੰਡੇ ਗਏ, ਉੱਤੇ ਮੋਟੀਆਂ ਕੋਟੀਆਂ, ਜੈਕਟਾਂ ਤੇ ਰਜ਼ਾਈਆਂ, ਕੰਬਲ, ਇਹ ਸਾਰੇ ਪ੍ਰਬੰਧ ਕਰਨੇ ਪਏ। ਪਰ ਹੁਣ ਮੌਸਮ ਦੇ ਅੰਦਰ ਤਬਦੀਲੀ ਆਈ ਆ ਤੇ ਖਾਸ ਕਰਕੇ ਉੱਥੇ ਦਿੱਲੀ ਦੇ ਵਿੱਚ ਤਾਂ ਜਿਹੜਾ ਇਸ ਵੇਲੇ ਟੈਂਪਰੇਚਰ ਚੱਲ ਰਿਹਾ ਆ ਇੱਥੇ, ਉਹ ਦਿਨੇ ਤਾਂ ਹੁਣ 25 ਤੋਂ ਲੈ ਕੇ ਲਗਭਗ 30 ਦੇ ਦਰਮਿਆਨ ਰਹਿੰਦਾ ਆ ਤੇ ਰਾਤ ਨੂੰ ਥੋੜ੍ਹਾ ਜਿਹਾ ਘਟ ਜਾਂਦਾ ਆ। ਰਾਤ ਤੇ ਜਿਹੜਾ ਸਵੇਰ ਦਾ ਟਾਈਮ ਆ ਉਦੋਂ ਥੋੜ੍ਹੀ ਜਿਹੀ ਸਰਦੀ ਹੋ ਸਕਦੀ ਆ। 15 ਤੋਂ 20 ਦੇ ਦਰਮਿਆਨ ਉਦੋਂ ਵੀ ਜਿਹੜਾ ਆ ਉਹ ਪਾਰਾ ਰਹਿੰਦਾ ਆ। ਸੋ ਹੁਣ ਬਦਲਵਾਂ ਜਿਹੜਾ ਮੌਸਮ ਆ ਇਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਉਹ ਸੌਖੀਆਂ ਵੀ ਹੋ ਗਈਆਂ ਕਿ ਇੱਕ ਤਾਂ ਪਾਣੀ ਠੰਡਾ ਨਹੀਂ ਰਿਹਾ, ਤੁਸੀਂ ਜਿੱਥੇ ਚਾਹੋ ਨਹਾ ਸਕਦੇ ਹੋ, ਇਸ਼ਨਾਨ ਕਰ ਸਕਦੇ ਹੋ, ਕੱਪੜੇ ਧੋ ਸਕਦੇ ਆ, ਕੱਪੜੇ ਜਲਦੀ ਸੁੱਕ ਸਕਦੇ ਨੇ। ਪਰ ਇਹਦੇ ਨਾਲ ਕੁਛ ਨਵੀਆਂ ਚੁਣੌਤੀਆਂ, ਮੁਸ਼ਕਲਾਂ ਵੀ ਗਰਮੀ ਦੇ ਪੈਦਾ ਕਰ ਦੇਣੀਆਂ। ਇੱਕ ਤਾਂ ਮੁਸ਼ਕਲ ਸਾਹਮਣੇ ਸਭ ਤੋਂ ਪਹਿਲਾਂ ਆ ਰਹੀ ਆ ਕਿ ਉੱਥੇ ਹੁਣ ਧੂੜ ਮਿੱਟੀ ਜਿਹੜੀ ਆ ਉਹ ਬਹੁਤ ਜ਼ਿਆਦਾ ਉੱਡ ਰਹੀ ਆ, ਕਿਉਂਕਿ ਗੱਡੀਆਂ ਲੰਘਦੀਆਂ ਨੇ ਤੇ ਧੂੜ ਮਿੱਟੀ ਉੱਡਦੀ ਆ ਤੇ ਉਹ ਪੈਂਦੀ ਹੈ। ਤੇ ਜਿਹੜੇ ਕੱਪੜੇ 2-4 ਦਿਨ ਅੱਗੇ ਕੱਢ ਜਾਂਦੇ ਸਨ, ਉਹ ਹੁਣ ਰੋਜ਼ਾਨਾ ਹੀ ਉਹਨਾਂ ਦੀ ਸਫਾਈ ਚਾਹੀਦੀ ਆ। ਕਈ ਜਿਹੜੇ ਉੱਥੇ ਸੇਵਾ ਕਰਦੇ ਆ, ਜਿਨ੍ਹਾਂ ਨੂੰ ਪਸੀਨਾ ਆਏਗਾ, ਉਹ ਤਾਂ ਦਿਨ ਦੇ ਵਿੱਚ 2-2 ਵਾਰੀ ਨਹਾਉਣਾ ਪਊਗਾ ਤੇ ਕੱਪੜਿਆਂ ਦੀ ਸਫਾਈ ਕਰਨੀ ਪਵੇਗੀ। ਹੁਣ ਇਹ ਜਿਹੜੀਆਂ ਚੁਣੌਤੀਆਂ ਆਈਆਂ ਕਿ ਜਿਹੜੀਆਂ ਚੀਜ਼ਾਂ ਖਰਾਬ ਹੋਣਗੀਆਂ ਗਰਮੀ ਦੇ ਕਾਰਨ, ਉਹਦੇ ਵਾਸਤੇ ਬਦਲਵੇਂ ਪ੍ਰਬੰਧ ਕਰਨੇ ਪੈਣਗੇ। ਵੱਡੇ ਲੰਗਰਾਂ ਦੇ ਵਿੱਚ ਖਾਸ ਕਰਕੇ ਜਿਹੜੇ ਡੀਪ ਫਰੀਜ਼ਰ ਆ, ਰੈਫਰੀਜਰੇਟਰ ਆ, ਉਹ ਉੱਥੇ ਲਿਆਉਣੇ ਪੈਣਗੇ। ਦੁੱਧ ਖਰਾਬ ਨਾ ਹੋਵੇ, ਜੇ ਕਿਤੇ ਆਟਾ ਗੁੰਨਿਆ ਵੱਧ ਗਿਆ ਉਹ ਖਰਾਬ ਨਾ ਹੋਵੇ। ਸਬਜ਼ੀਆਂ ਹਨ, ਇਹ ਜਿਹੜਾ ਅਨਾਜ ਆ, ਭੋਜਨ ਆ, ਇਹ ਖਰਾਬ ਨਾ ਹੋਵੇ, ਇਹਦੇ ਵਾਸਤੇ ਵੀ ਬਦਲਵੇਂ ਪ੍ਰਬੰਧ ਕਰਨੇ ਪੈਣਗੇ। ਪਰ ਜਿਹੜੇ ਹੁਣ ਸੱਜਣ ਉਸ ਧਰਨਿਆਂ ਦੇ ਵਿੱਚ ਇੱਥੋਂ ਪੰਜਾਬ ਤੋਂ ਜਾ ਰਹੇ ਆ ਤੇ ਉਹਨਾਂ ਨੂੰ ਵੀ ਖਾਸ ਤੌਰ 'ਤੇ ਬੇਨਤੀ ਆ ਕਿ ਉਹ ਇੱਥੋਂ ਹੁਣ ਬਹੁਤੇ ਮੋਟੇ ਕੱਪੜੇ ਨਾ ਲੈ ਕੇ ਜਾਣ, ਬਿਲਕੁਲ ਨੋਰਮਲ ਜੇ ਲੈ ਕੇ ਜਾਣ। ਉੱਥੇ ਹੁਣ ਕੋਟੀਆਂ ਦੀ ਦਿਨ ਵੇਲੇ ਤਾਂ ਬਿਲਕੁਲ ਹੀ ਜ਼ਰੂਰਤ ਨਹੀਂ ਆ, ਤੁਸੀਂ ਪਤਲੇ ਕੱਪੜੇ ਪਾ ਕੇ ਵੀ ਉੱਥੇ ਤੁਰ ਫਿਰ ਸਕਦੇ ਆ। ਤੇ ਇੱਕ ਖਾਸ ਕਰਕੇ ਅਸੀਂ ਚੀਜ਼ ਦੇਖੀ ਆ ਕਿ ਜਿਹੜੀਆਂ ਚੀਜ਼ਾਂ ਉੱਥੇ ਦਿੱਤੀਆਂ ਜਾ ਰਹੀਆਂ ਉਹ ਸੰਗਤ ਦੇ ਪੈਸੇ ਨਾਲ ਹੀ ਆ, ਉਹਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਜਿਵੇਂ ਹਰ ਰੋਜ਼ ਇੱਕ ਸੱਜਣ ਆਣ ਕੇ ਤੇ ਉੱਥੋਂ ਨਵਾਂ ਬਰੱਸ਼ ਲੈਂਦਾ, ਨਵੀਂ ਪੇਸਟ ਲੈਂਦਾ, ਨਵਾਂ ਸਾਬਣ ਲੈਂਦਾ ਤੇ ਉਹ ਸੁੱਟ ਦਿੰਦਾ, ਅਗਲੇ ਦਿਨ ਫਿਰ ਉਹ ਉੱਥੋਂ ਲੈ ਲੈਂਦਾ। ਇਸ ਤਰ੍ਹਾਂ ਸਾਨੂੰ ਨਹੀਂ ਕਰਨਾ ਚਾਹੀਦਾ। ਆਪਣੇ ਘਰ ਤੋਂ ਤੁਰਨ ਲੱਗਿਆਂ
ਇੱਥੋਂ ਆਪਣੀ ਇੱਕ ਕਿੱਟ ਬਣਾ ਕੇ ਲੈ ਕੇ ਜਾਈਏ, ਜਿਹਦੇ ਵਿੱਚ ਰੋਜ਼ਾਨਾ ਦੀਆਂ ਇਹ ਵਰਤੋਂ ਵਾਲੀਆਂ ਚੀਜ਼ਾਂ, ਚਾਹੇ ਉਹ ਸਾਬਣ ਆ, ਪੇਸਟ ਆ, ਤੇਲ ਆ, ਕਸ਼ਹਿਰਾ ਆ, ਕੰਘਾ ਕੰਘੀ ਆ, ਇਹ ਜਿਹੜੀਆਂ ਚੀਜ਼ਾਂ ਆ, ਬੁਨੈਣ ਆ, ਕਸ਼ਹਿਰਾ, ਇਹ ਸਾਰੀਆਂ ਚੀਜ਼ਾਂ ਨਾਲ ਲੈ ਕੇ ਚੱਲੀਏ, ਕਿਉਂਕਿ ਉੱਥੇ ਵੀ ਸੰਗਤ ਦਾ ਹੀ ਪੈਸਾ ਲੱਗ ਰਿਹਾ, ਉਹਦੀ ਦੁਰਵਰਤੋਂ ਨਾ ਹੋਵੇ। ਖੈਰ, ਜਿਨ੍ਹਾਂ ਨੂੰ ਇਹ ਚੀਜ਼ਾਂ ਉੱਥੇ ਚਾਹੀਦੀਆਂ, ਜਿਨ੍ਹਾਂ ਇੱਥੋਂ ਭੇਜਣੀਆਂ, ਸੇਵਾ ਕਰਨੀ ਆ, ਪਹਿਲਾਂ ਉਹ ਕੰਬਲ ਭੇਜਦੇ ਰਹੇ ਆ, ਰਜਾਈਆਂ ਭੇਜਦੇ ਰਹੇ ਆ, ਬੂਟ ਭੇਜਦੇ ਰਹੇ ਆ, ਜਰਾਬਾਂ ਭੇਜ ਰਹੇ ਆ, ਦਸਤਾਨੇ ਭੇਜੇ ਆ, ਕੰਬਲ, ਲੋਈਆਂ ਤੱਕ, ਟੋਪੀਆਂ ਤੱਕ ਵੀ ਉੱਥੇ ਜਿਹੜੀਆਂ ਪਹੁੰਚਾਈਆਂ ਗਈਆਂ, ਅੰਦਰੂਨੀ ਗਰਮ ਕੱਪੜੇ ਉਹ ਵੀ ਉੱਥੇ ਭੇਜੇ ਗਏ। ਤੇ ਹੁਣ ਉਹਨਾਂ ਚੀਜ਼ਾਂ ਨੂੰ ਬੰਦ ਕਰ ਦੇਣਾ ਚਾਹੀਦਾ ਆ। ਹੁਣ ਥੋੜ੍ਹਾ ਜਿਹਾ ਇਹਦਾ ਰੂਪ ਇਸ ਤਰ੍ਹਾਂ ਬਦਲਣਾ ਚਾਹੀਦਾ, ਜੇ ਤੁਸੀਂ ਸੇਵਾ ਕਰਨੀ ਚਾਹੁੰਦੇ ਆ ਕਿ ਜਿੱਥੇ ਰੋਜ਼ਾਨਾ ਦੀਆਂ ਇਹ ਚੀਜ਼ਾਂ ਚਾਹੀਦੀਆਂ, ਇੱਕ ਤਾਂ ਮੈਂ ਬੇਨਤੀ ਕਰਾਂ ਕਿ ਤੁਸੀਂ ਵੱਡੀ ਕੋਈ ਚੀਜ਼ ਨਾ ਭੇਜੋ। ਜੇ ਪੇਸਟ ਭੇਜਣੀ ਆ ਉਹ ਵੀ ਛੋਟੀ ਤੋਂ ਛੋਟੀ ਭੇਜੋ, ਤੇਲ ਵਾਲਾ ਪੈਕਟ ਆ ਉਹ ਵੀ ਛੋਟੇ ਤੋਂ ਛੋਟਾ ਭੇਜੋ, ਕਿਉਂਕਿ ਉੱਥੇ ਦੁਰਵਰਤੋਂ ਬਹੁਤ ਜ਼ਿਆਦਾ ਹੁੰਦੀ ਆ। ਅੱਧਾ ਵਰਤਦੇ ਆ ਤੇ ਅੱਧਾ ਆਪਾਂ ਸੁੱਟ ਦਿੰਦੇ ਆ। ਸੋ ਹੁਣ ਰਜ਼ਾਈਆਂ ਦੀ ਥਾਂ ਤੇ ਕੰਬਲਾਂ ਦੀ ਥਾਂ ਤੇ, ਜੈਕਟਾਂ ਦੀ ਥਾਂ ਤੇ ਉੱਥੇ ਸਾਨੂੰ ਚਾਹੀਦੀਆਂ ਆ ਚਾਦਰਾਂ ਵਿਛਾਉਣ ਵਾਸਤੇ, ਵਿਛਾਈ ਵਾਸਤੇ ਵੀ, ਜਿਹੜੇ ਬਿਸਤਰ ਦੇ ਉੱਤੇ ਸੌਣਾ, ਤੇ ਉੱਪਰ ਲੈਣ ਵਾਸਤੇ ਵੀ। ਤੇ ਦੂਸਰੀ ਗੱਲ ਕਿ ਬਨੈਣਾ ਜਿਹੜੀਆਂ ਆ ਉਹ ਸਾਨੂੰ ਚਾਹੀਦੀਆਂ ਹੋਣਗੀਆਂ, ਉਹ ਵੀ ਅਲੱਗ-ਅਲੱਗ ਸਾਈਜ਼ਾਂ ਦੀਆਂ ਜਿਹੜੀਆਂ ਉਹ ਚਾਹੀਦੀਆਂ, ਬੱਚਿਆਂ ਵਾਲੀਆਂ ਨਹੀਂ ਚਾਹੀਦੀਆਂ, ਕਿਉਂਕਿ ਸਾਰੇ ਉੱਥੇ ਵੱਡੀ ਉਮਰ ਦੇ ਆ ਜ਼ਿਆਦਾਤਰ, ਸੋ ਉਹਨਾਂ ਦੇ ਉਮਰ ਦੇ ਲਿਹਾਜ਼ ਦੇ ਨਾਲ ਜਿਹੜੇ ਨੰਬਰ ਆ ਉਹ ਉੱਥੇ ਸਾਨੂੰ ਭੇਜਣੇ ਚਾਹੀਦੇ ਆ। ਹੁਣ ਗਰਮੀ ਦਾ ਫਾਇਦਾ ਇੱਕ ਇਹ ਵੀ ਹੋ ਜਾਏਗਾ ਕਿ ਪਹਿਲਾਂ ਲੋਕ ਟਰਾਲੀ ਦੇ ਵਿੱਚ ਸੌਂਦੇ ਸੀ, ਕਮਰਾ ਲੱਭਦੇ ਸੀ ਕਿ ਠੰਡ ਨਾ ਲੱਗੇ, ਪਰ ਹੁਣ ਵੱਡੇ ਜਿਹੜੇ ਤੰਬੂ ਲਾਏ ਜਾ ਸਕਦੇ ਆ। ਤੰਬੂਆਂ ਦੇ ਵਿੱਚ ਜਿਵੇਂ ਜਿਵੇਂ ਗਰਮੀ ਹੋਰ ਵਧੇਗੀ, ਉੱਥੇ ਪੱਖਿਆਂ ਦਾ ਇੰਤਜ਼ਾਮ ਕਰਨਾ ਪਵੇਗਾ, ਜਾਂ ਹੋ ਸਕਦਾ ਜਿੱਥੇ ਜ਼ਿਆਦਾ ਹੁਮਸ ਹੋਵੇ ਉੱਥੇ ਕੂਲਰ ਜਾਂ ਏਸੀ ਤੱਕ ਵੀ ਜਿਹੜੀ ਨੌਬਤ ਆ ਸਕਦੀ ਆ। ਜਿਹੜੇ ਕਈ ਬਜ਼ੁਰਗ ਆ ਜਾਂ ਕਈ ਨੌਜਵਾਨ ਐਸੇ ਆ, ਸੋਲ ਸਰੀਰ ਜਿਨ੍ਹਾਂ ਦੇ ਆ, ਘਰੋਂ ਬਾਹਰ ਨਹੀਂ ਸੀ ਗਏ, ਸੋ ਉਹਨਾਂ ਵਾਸਤੇ ਪ੍ਰਬੰਧ ਕਰਨਾ ਪਵੇਗਾ। ਗਰਮੀ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਪਰੇਸ਼ਾਨੀਆਂ ਆਉਂਦੀਆਂ, ਖਾਸ ਕਰਕੇ ਮੱਛਰ ਆ, ਜਿਹੜੀਆਂ ਮੱਖੀ ਆ, ਇਸ ਨੂੰ ਕੰਟਰੋਲ ਕਰਨ ਵਾਸਤੇ ਵੀ ਬਜ਼ੁਰਗਾਂ ਲਈ ਜਾਂ ਜਿਹੜੇ ਵੀ ਉੱਥੇ ਰਹਿ ਰਹੇ ਆ ਉਹਨਾਂ ਲਈ ਛੋਟੀਆਂ ਮੱਛਰਦਾਨੀਆਂ ਅਲੱਗ-ਅਲੱਗ ਬੰਦੇ ਦੇ ਲਾਉਣ ਵਾਸਤੇ, ਜਾਂ 2-4 ਇਕੱਠੇ ਉੱਥੇ ਆਰਾਮ ਕਰਦੇ ਉਹਨਾਂ ਵਾਸਤੇ ਮੱਛਰਦਾਨੀਆਂ ਭੇਜੀਆਂ ਜਾ ਸਕਦੀਆਂ ਆ। ਮੱਛਰ ਦੀਆਂ ਦਵਾਈਆਂ ਭੇਜੀਆਂ ਜਾ ਸਕਦੀਆਂ, ਚਾਹੇ ਉਹ ਸਪਰੇਅ ਆ, ਚਾਹੇ ਓਡੋਮਾਸ ਆ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਆ ਉੱਥੇ ਜ਼ਰੂਰਤ ਆ। ਤੇ ਸਫਾਈ ਵਾਸਤੇ ਵੀ ਰੂਮ ਫਰੈਸ਼ਰ ਚਾਹੀਦੇ ਹੋਣਗੇ, ਇਹੋ ਜਿਹੀਆਂ ਚੀਜ਼ਾਂ ਸਾਨੂੰ ਉੱਥੇ ਭੇਜਣੀਆਂ ਚਾਹੀਦੀਆਂ ਆ। ਸੋ ਹੁਣ ਇਹ ਗਰਮੀ ਦੇ ਫਾਇਦੇ ਇਹ ਵੀ ਹੈਗੇ ਆ ਕਿ ਟੀ-ਸ਼ਰਟਾਂ ਭੇਜੀਆਂ ਜਾਣ, ਚਾਦਰਾਂ ਉੱਪਰ ਲੈਣ ਲਈ, ਵਿਛਾਉਣ ਵਾਸਤੇ, ਤੇ ਜਿਹੜੇ ਨੌਜਵਾਨ ਆ ਉਹ ਟੀ-ਸ਼ਰਟਾਂ ਪਾ ਲੈਣਗੇ ਅੱਧੀਆਂ ਬਾਹਾਂ ਦੀਆਂ, ਉਹ ਚਾਹੀਦੀਆਂ ਹੋਣਗੀਆਂ। ਕੁਛ ਕੈਪਰੀਆਂ ਪਾ ਲੈਂਦੇ ਨੇ, ਜਾਂ ਲੋਅਰ ਪਜਾਮੇ ਜਿਹਨੂੰ ਕਹਿੰਦੇ ਆ, ਉਹ ਵੀ ਉੱਥੇ ਚਾਹੀਦੇ ਹੋਣਗੇ। ਸੋ ਇਹਨਾਂ ਚੀਜ਼ਾਂ ਨੂੰ ਬਦਲਵੇਂ ਮੌਸਮ ਦੇ ਲਿਹਾਜ਼ ਦੇ ਨਾਲ ਉੱਥੇ ਹੁਣ ਭੇਜੀਆਂ ਜਾਣ। ਜਿਹੜਾ ਸਰਦੀਆਂ ਵਾਲਾ ਸਮਾਨ ਆ ਉੱਥੇ ਪਹਿਲਾਂ ਬਹੁਤ ਜਮ੍ਹਾਂ ਆ, ਜੈਕਟਾਂ ਬਹੁਤ ਉੱਥੇ ਅਜੇ ਜਮ੍ਹਾਂ ਆ, ਲੋਈਆਂ ਬਹੁਤ ਸਾਰੀਆਂ ਪਈਆਂ, ਕੰਬਲਾਂ ਦੇ ਢੇਰ ਲੱਗੇ ਪਏ ਆ, ਰਜਾਈਆਂ ਦੇ ਢੇਰ ਲੱਗੇ ਪਏ ਆ। ਸੋ ਹੋਰ ਜਿਹੜੀਆਂ ਚੀਜ਼ਾਂ ਚਾਹੀਦੀਆਂ, ਚਾਹੇ ਉਹ ਤੇਲ ਆ, ਸ਼ੈਂਪੂ ਆ, ਕੰਘੀਆਂ ਆ, ਪੇਸਟ ਆ, ਤੇ ਸਰੀਰ 'ਤੇ ਲਾਉਣ ਵਾਲੇ ਕੋਈ ਲੋਸ਼ਨ ਆ, ਕਰੀਮਾਂ ਆ, ਤੇ ਖਾਸ ਕਰਕੇ ਜਿਹੜੀਆਂ ਦਵਾਈਆਂ ਦੀ ਵੀ ਉੱਥੇ ਬਹੁਤ ਵੱਡੀ ਜ਼ਰੂਰਤ ਆ, ਲੋੜ ਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ ਉਹ ਸਾਨੂੰ ਹੁਣ ਕਰਨੀਆਂ ਪੈਣਗੀਆਂ। ਤੇ ਗਰਮੀਆਂ ਦੇ ਮੈਂ ਪਹਿਲਾਂ ਹੀ ਦੱਸਿਆ ਕਿ ਫਾਇਦੇ ਵੀ ਹੈਗੇ ਆ ਕਿ ਉੱਥੇ ਹੁਣ ਕੱਪੜੇ ਜਲਦੀ ਸੁੱਕ ਸਕਣਗੇ, ਕਿਤੇ ਵੀ ਕੋਈ ਨਹਾ ਸਕੇਗਾ, ਪਾਣੀ ਜਿਹੜਾ ਉਹਦਾ ਖਲਾਰਾ ਨਹੀਂ ਪਏਗਾ, ਪਾਣੀ ਸੁੱਕ ਜਾਏਗਾ। ਤੇ ਪਰ ਇਹਦੇ ਨਾਲ ਜਿਹੜੀਆਂ ਉੱਥੇ ਇੱਕ ਬੇਨਤੀ ਹੋਰ ਕਰਦੇ ਹਾਂ ਕਿ ਲੰਗਰਾਂ ਵਾਸਤੇ, ਕਿਉਂਕਿ ਉੱਥੇ ਸਟੀਲ ਦੀਆਂ ਪਲੇਟਾਂ ਨਹੀਂ ਵਰਤੀਆਂ ਜਾ ਰਹੀਆਂ, ਉੱਥੇ ਥਰਮੋਕੋਲ ਦੀਆਂ ਪਲੇਟਾਂ ਭੇਜੀਆਂ ਜਾ ਰਹੀਆਂ ਨੇ, ਕੱਪ ਆ, ਚਾਹੇ ਉਹ ਪਲੇਟਾਂ ਆ, ਚਮਚ ਆ, ਪਰ ਉਹਨਾਂ ਦੀ ਥਾਂ ਤੇ ਸਾਨੂੰ ਚਾਹੀਦਾ ਕਿ ਅਸੀਂ ਪੱਤਲ ਵਰਤੀਏ ਤੇ ਜਾਂ ਕਾਗਜ਼ ਦੀਆਂ ਪਲੇਟਾਂ ਹੋਣ, ਕਿਉਂਕਿ ਜਿਹੜੀ ਥਰਮੋਕੋਲ ਆ ਉੱਥੇ ਅੱਧਾ ਖਾਣਾ ਬਚਿਆ ਹੋਇਆ ਵਿੱਚ ਤਾਂ ਉਹ ਸੁੱਟਿਆ ਜਾਂਦਾ ਤੇ ਉਹ ਅਗਲੇ ਦਿਨ ਹੀ ਉੱਥੇ ਬਦਬੂ ਮਾਰਨੀ ਸ਼ੁਰੂ ਕਰ ਦਿੰਦਾ, ਤੇ ਉਹ ਪਲੇਟਾਂ ਥਰਮੋਕੋਲ ਦੀਆਂ ਨਾ ਗਲਦੀਆਂ ਨੇ, ਨਾ ਚੰਗੀ ਤਰ੍ਹਾਂ ਸੜਦੀਆਂ ਨੇ, ਉਹਨਾਂ ਨੂੰ ਸੰਭਾਲਣ ਦੇ ਵਿੱਚ ਦਿੱਕਤ ਆਉਂਦੀ ਹੈ, ਉੱਥੋਂ ਚੁੱਕਣ ਦੇ ਵਿੱਚ, ਜਿਹਦੇ ਨਾਲ ਗੰਦਗੀ ਫੈਲਦੀ ਆ, ਮੱਖੀ ਤੇ ਮੱਛਰ ਪੈਦਾ ਹੋਣ ਦਾ ਡਰ ਆ। ਸੋ ਉਹਦੀ ਥਾਂ ਦੇ ਉੱਤੇ ਜਿਹੜੇ ਡੂਨੇ ਆ, ਚਾਹੇ ਪਲੇਟਾਂ ਆ, ਚਾਹੇ ਕੱਪ ਨੇ, ਉਹ ਚਾਹੀਦੇ ਆ ਪੱਤਲਾਂ ਦੇ ਤੇ ਜਾਂ ਫਿਰ ਕਾਗਜ਼ ਦੇ। ਇਹਦੇ ਨਾਲ ਵੀ ਜਿਹੜਾ ਸਫਾਈ ਦੇ ਵਿੱਚ ਜਿਹੜਾ ਆ ਉਹ ਉੱਥੇ ਬਦਲਾਅ ਹੋ ਸਕਦਾ। ਆਸ ਕਰਦਾ ਜਿਵੇਂ ਆਪ ਸਭ ਨੇ ਪਹਿਲਾਂ ਬਹੁਤ ਸਾਰਾ ਸਹਿਯੋਗ ਦਿੱਤਾ, ਇਸੇ ਤਰ੍ਹਾਂ ਆਪ ਉੱਥੇ ਜਾ ਕੇ ਹਾਜ਼ਰੀਆਂ ਲਵਾਓਗੇ ਤੇ ਇਹ ਜਿਹੜੀਆਂ ਸੇਵਾਵਾਂ ਆਪਣੇ ਹੱਥੀਂ ਕਰੋਗੇ। ਉੱਥੇ ਪੈਸਾ ਭੇਜਣ ਤੋਂ ਗੁਰੇਜ਼ ਕਰੋ, ਵੱਧ ਤੋਂ ਵੱਧ ਜਿਹੜੀ ਲੋੜੀਂਦੀ ਚੀਜ਼ ਆ ਉਹ ਉੱਥੇ ਭੇਜੀ ਜਾਵੇ।
ਇਸੇ ਤਰ੍ਹਾਂ ਜਿਹੜੀਆਂ ਸਬਜ਼ੀਆਂ ਪਹਿਲਾਂ ਸਿਆਲੀ ਸਬਜ਼ੀਆਂ ਸਨ ਤੇ ਸਸਤੀਆਂ ਵੀ ਸਨ, ਤੇ ਹੁਣ ਉਹਨਾਂ ਦੀ ਥਾਂ ਦੇ ਉੱਤੇ ਸਬਜ਼ੀਆਂ ਮਹਿੰਗੀਆਂ ਹੋ ਜਾਣੀਆਂ, ਘਟ ਵੀ ਜਾਣੀਆਂ ਜਿਵੇਂ ਜਿਵੇਂ ਗਰਮੀ ਦਾ ਮੌਸਮ ਆਉਂਦਾ, ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਸਰਕਾਰ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਪੈਦਾ ਹੋਏ ਨੇ, ਅਜੇ ਗੱਲਬਾਤ ਨਹੀਂ ਚੱਲ ਰਹੀ। ਇਸ ਕਰਕੇ ਲੱਗਦਾ ਕਿ ਮੋਰਚਾ ਥੋੜ੍ਹਾ ਲੰਬਾ ਚੱਲੇਗਾ। ਸੋ ਹੁਣ ਸਬਜ਼ੀਆਂ ਦੇ ਥਾਂ ਦੇ ਉੱਤੇ ਜਿਹੜੀਆਂ ਦਾਲਾਂ ਆ, ਚੌਲ ਆ, ਤੇ ਉੱਥੇ ਕੋਸ਼ਿਸ਼ ਕਰੋ ਕਿ ਚੰਗੀ ਚੀਜ਼ ਭੇਜੀ ਜਾਵੇ, ਚੰਗੀ ਖੁਰਾਕ ਜਿਹੜੀ ਆ ਉਹ ਉੱਥੇ ਪਹੁੰਚਣੀ ਚਾਹੀਦੀ ਆ। ਕਿਉਂਕਿ ਸਿਆਲ ਦੇ ਵਿੱਚ ਆਪਾਂ ਦੇਖਿਆ ਕਿ ਬਜ਼ੁਰਗਾਂ ਨੇ ਠੰਡ ਨੂੰ ਕਾਬੂ ਕਰਨ ਵਾਸਤੇ ਅਲਸੀ ਦੀਆਂ ਪਿੰਨੀਆਂ ਤੇ ਇਸ ਤਰ੍ਹਾਂ ਵੇਸਣ ਜਿਹੜਾ ਆ ਉਹ ਉੱਥੇ ਭੇਜਿਆ ਗਿਆ। ਡਰਾਈ ਫਰੂਟ ਆ, ਚਾਹੇ ਕਾਜੂ ਸਨ, ਚਾਹੇ ਬਦਾਮ ਸਨ, ਇਸ ਤਰ੍ਹਾਂ ਦੀਆਂ ਚੀਜ਼ਾਂ ਉੱਥੇ ਵਰਤਾਈਆਂ ਗਈਆਂ। ਮੂੰਗਫਲੀ ਲੋਕਾਂ ਨੂੰ ਰੋਜ਼ਾਨਾ ਦਿੱਤੀ ਜਾਂਦੀ ਸੀ ਤਾਂ ਕਿ ਅੰਦਰ ਜਿਹੜੀ ਗਰਮਾਸ਼ ਆ ਉਹ ਪੈਦਾ ਹੋ ਸਕੇ। ਸੋ ਹੁਣ ਉਹਨਾਂ ਚੀਜ਼ਾਂ ਨੂੰ ਬੰਦ ਕਰ ਦੇਣਾ ਚਾਹੀਦਾ ਤੇ ਲੰਗਰ ਸਾਦਾ ਔਰ ਚੰਗੇ ਪੌਸ਼ਟਿਕ ਜਿਹੜਾ ਆ ਉਹ ਉੱਥੇ ਭੋਜਨ ਤਿਆਰ ਹੋਣਾ ਚਾਹੀਦਾ, ਕਿਉਂਕਿ ਸਾਰੇ ਤੰਦਰੁਸਤ ਵੀ ਰਹਿਣ, ਚੜ੍ਹਦੀ ਕਲਾ ਦੇ ਵਿੱਚ ਵੀ ਰਹਿਣ। ਮਾਲਕ ਕਿਰਪਾ ਕਰੇ ਅਸੀਂ ਸਾਰੇ ਇਸੇ ਤਰ੍ਹਾਂ ਰਲ ਮਿਲ ਕੇ ਸਹਿਯੋਗ ਕਰੀਏ ਤੇ ਇਹ ਜਿਹੜਾ ਮੋਰਚਾ ਫਤਿਹ ਕਰਕੇ ਜਿੱਤ ਕੇ ਤੇ ਵਾਪਸ ਚੜ੍ਹਦੀ ਕਲਾ ਦੇ ਨਾਲ ਆਪੋ ਆਪਣੇ ਘਰਾਂ ਨੂੰ ਆਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।